हाँ जी, गुड इवनिंग दोस्तों। मास्टर केडर ਵਿੱਚ ਫਿਜ਼ੀਕਲ ਐਜੂਕੇਸ਼ਨ ਦੀ ਤਿਆਰੀ ਕਰ ਰਹੇ ਨੌਜਵਾਨ ਸਾਥੀਆਂ ਵਾਸਤੇ ਇੱਕ ਹੋਰ ਟੌਪਿਕ ਹੈ ਮੇਰੇ ਕੋਲ, ਜਿਹੜਾ ਕਿ ਐਜੂਕੇਸ਼ਨ ਸਿਸਟਮ ਵਿੱਚ ਆਰਗੇਨਾਈਜੇਸ਼ਨ ਹੈ, ਸੋਸ਼ਲ, ਪੋਲੀਟੀਕਲ, ਇਕੋਨੋਮਿਕਲ ਜਾਂ ਗਵਰਨਮੈਂਟ ਜਾਂ ਨੋਨ ਗਵਰਨਮੈਂਟ ਏਜੰਸੀਜ਼ ਜਿਨ੍ਹਾਂ ਦਾ ਰਿਲੇਸ਼ਨ ਫਿਜ਼ੀਕਲ ਐਜੂਕੇਸ਼ਨ ਨਾਲ ਹੈ, ਉਹਨਾਂ ਦੇ ਕੁਝ ਕੁਐਸਚਨ ਪਏ ਆ ਮੇਰੇ ਕੋਲ ਅਤੇ ਇਹ ਵੀਡੀਓ ਬਣਾ ਰਿਹਾ ਮੈਂ ਤਾਂ ਜੋ ਕੁਛ ਹੈਲਪ ਹੋ ਸਕੇ। ਹਾਂਜੀ, ਸਟਾਰਟ ਕਰਦੇ ਹਾਂ ਫਿਰ। ਕੁਐਸਚਨ ਨੰਬਰ 1, ਚਾਰਟਰ ਐਕਟ 1813 ਦੁਆਰਾ ਸਾਹਿਤ ਉੱਪਰ ਖਰਚ ਕਰਨ ਲਈ ਕਿੰਨੀ ਰਕਮ ਦਾ ਐਲਾਨ ਕੀਤਾ ਗਿਆ ਸੀ? ਹਾਂਜੀ, ਆਪਸ਼ਨ ਨੰਬਰ 1 1 ਲੱਖ, ਆਪਸ਼ਨ ਨੰਬਰ 2 2 ਲੱਖ, ਆਪਸ਼ਨ ਨੰਬਰ 3 3 ਲੱਖ, ਆਪਸ਼ਨ ਨੰਬਰ 4 ਹੈ ਜੀ 4 ਲੱਖ। ਹਾਂਜੀ, ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 1 ਲੱਖ ਰੁਪਏ। ਹਾਂਜੀ, ਕੁਐਸਚਨ ਨੰਬਰ 2, ਕਿਹੜਾ ਕਮਿਸ਼ਨ ਅੰਦੋਲਨ ਦੇ ਪ੍ਰਮਾਣ ਵਜੋਂ ਨਿਯੁਕਤ ਕੀਤਾ ਗਿਆ? ਆਪਸ਼ਨ ਨੰਬਰ ਏ ਵੁਡਜ਼, ਆਪਸ਼ਨ ਨੰਬਰ 2 ਲਾਰਡ ਮੈਕਾਲੇ, ਆਪਸ਼ਨ ਨੰਬਰ 3 ਹੰਟਰ, ਆਪਸ਼ਨ ਨੰਬਰ 4 ਚਾਰਟਰ। ਹਾਂਜੀ, ਕਿਹੜਾ ਕਮਿਸ਼ਨ ਅੰਦੋਲਨ ਦੇ ਪ੍ਰਮਾਣ ਵਜੋਂ ਨਿਯੁਕਤ ਕੀਤਾ ਗਿਆ ਸੀ? ਹਾਂਜੀ, ਇਹਦਾ ਰਾਈਟ ਆਨਸਰ ਹੈ ਹੰਟਰ ਕਮਿਸ਼ਨ, ਆਪਸ਼ਨ ਨੰਬਰ ਸੀ ਰਾਈਟ ਹੈ। ਕੁਐਸਚਨ ਨੰਬਰ 3, ਹੰਟਰ ਕਮਿਸ਼ਨ ਦਾ ਹੋਰ ਨਾਂ ਕੀ ਸੀ? ਆਪਸ਼ਨ ਨੰਬਰ ਏ ਭਾਰਤੀ ਸਿੱਖਿਆ ਕਮਿਸ਼ਨ, ਆਪਸ਼ਨ ਨੰਬਰ ਬੀ ਭਾਰਤੀ ਯੂਨੀਵਰਸਿਟੀ ਕਮਿਸ਼ਨ, ਆਪਸ਼ਨ ਨੰਬਰ ਸੀ ਅੰਤਰਰਾਸ਼ਟਰੀ ਕਮਿਸ਼ਨ, ਆਪਸ਼ਨ ਨੰਬਰ ਡੀ ਉਪਰੋਕਤ ਵਿੱਚ ਕੋਈ ਨਹੀਂ। ਹਾਂਜੀ, ਇਹਦਾ ਰਾਈਟ ਆਨਸਰ ਹੈ ਭਾਰਤੀ ਸਿੱਖਿਆ ਕਮਿਸ਼ਨ। ਹੰਟਰ ਕਮਿਸ਼ਨ ਦਾ ਹੋਰ ਨਾਂ ਕੀ ਹੈ? ਭਾਰਤੀ ਸਿੱਖਿਆ ਕਮਿਸ਼ਨ। ਹਾਂਜੀ, ਕੁਐਸਚਨ ਨੰਬਰ 4, ਪਹਿਲਾ ਭਾਰਤੀ ਸਿੱਖਿਆ ਕਮਿਸ਼ਨ ਕਿਸ ਸਾਲ ਬਣਾਇਆ ਗਿਆ ਸੀ? ਹਾਂਜੀ, ਆਪਸ਼ਨ ਨੰਬਰ ਏ 1881 1882, ਆਪਸ਼ਨ ਨੰਬਰ ਬੀ 1883 1884, ਆਪਸ਼ਨ ਨੰਬਰ ਸੀ 1882 1883, ਆਪਸ਼ਨ ਨੰਬਰ ਡੀ 1857 1858। ਹਾਂਜੀ, ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ 1882 1883। ਕੁਐਸਚਨ ਨੰਬਰ 5, ਪਹਿਲੇ ਭਾਰਤੀ ਸਿੱਖਿਆ ਕਮਿਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ? ਆਪਸ਼ਨ ਨੰਬਰ ਏ ਸਰ ਚਾਰਲਸ ਹੰਟਰ ਨੇ, ਆਪਸ਼ਨ ਨੰਬਰ ਬੀ ਸਰ ਵਿਲੀਅਮ ਹੰਟਰ ਨੇ, ਆਪਸ਼ਨ ਨੰਬਰ ਸੀ ਸਰ ਜਾਨ ਹੰਟਰ ਨੇ, ਆਪਸ਼ਨ ਨੰਬਰ ਡੀ ਸਰ ਐਸ ਹੰਟਰ ਨੇ। ਹਾਂਜੀ, ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਵਿਲੀਅਮ ਹੰਟਰ ਨੇ। ਸਿੱਖਿਆ ਕਮਿਸ਼ਨ, ਜਿਹਨੂੰ ਹੰਟਰ ਕਮਿਸ਼ਨ ਵੀ ਕਿਹਾ ਜਾਂਦਾ ਹੈ, ਇਸ ਦੀ ਪ੍ਰਧਾਨਗੀ ਕਿਸ ਨੇ ਕੀਤੀ? ਸਰ ਵਿਲੀਅਮ ਹੰਟਰ ਨੇ। ਹਾਂਜੀ, ਕੁਐਸਚਨ ਨੰਬਰ 6, ਲਾਰਡ ਮੈਕਾਲੇ ਨੇ ਕਿਸ ਨੂੰ ਮੈਕਾਲੇ ਮਿੰਟ ਭੇਟ ਕੀਤਾ? ਇੱਕ ਤਰ੍ਹਾਂ ਦਾ ਰਿਵਾਰਡ ਹੈ। ਹਾਂਜੀ, ਏ ਲਾਰਡ ਵਿਲੀਅਮ ਨੂੰ, ਬੀ ਲਾਰਡ ਬੈਂਟਿੰਗ ਨੂੰ, ਸੀ ਲਾਰਡ ਹੰਟਰ ਨੂੰ, ਡੀ ਲਾਰਡ ਵੁੱਡ ਨੂੰ। ਹਾਂਜੀ, ਇਹਦਾ ਰਾਈਟ ਆਨਸਰ ਹੈ ਲਾਰਡ ਬੈਂਟਿੰਗ ਨੂੰ, ਆਪਸ਼ਨ ਨੰਬਰ ਬੀ ਰਾਈਟ ਹੈ। ਹਾਂਜੀ, ਕੁਐਸਚਨ ਨੰਬਰ 7, ਅੰਗਰੇਜ਼ਾਂ ਦੇ ਸਮੇਂ ਵਿੱਚ ਖੋਲ੍ਹੀ ਜਾਣ ਵਾਲੀ ਪਹਿਲੀ ਯੂਨੀਵਰਸਿਟੀ ਕਿਹੜੀ ਸੀ? ਆਪਸ਼ਨ ਨੰਬਰ ਏ ਬੰਬੇ ਯੂਨੀਵਰਸਿਟੀ, ਬੀ ਕਲਕੱਤਾ ਯੂਨੀਵਰਸਿਟੀ, ਸੀ ਅਲੀਗੜ੍ਹ ਯੂਨੀਵਰਸਿਟੀ, ਡੀ ਹੈਦਰਾਬਾਦ ਯੂਨੀਵਰਸਿਟੀ। ਹਾਂਜੀ, ਅੰਗਰੇਜ਼ਾਂ ਦੇ ਸਮੇਂ ਵਿੱਚ ਖੋਲ੍ਹੀ ਜਾਣ ਵਾਲੀ ਪਹਿਲੀ ਯੂਨੀਵਰਸਿਟੀ ਸੀ ਕਲਕੱਤਾ ਯੂਨੀਵਰਸਿਟੀ, ਆਪਸ਼ਨ ਨੰਬਰ ਬੀ ਰਾਈਟ ਹੈ। ਕੁਐਸਚਨ ਨੰਬਰ 8, ਅੰਗਰੇਜ਼ਾਂ ਦੇ ਸਮੇਂ ਦੌਰਾਨ ਕਿਸ ਸਾਲ ਵਿੱਚ ਨੈਸ਼ਨਲ ਕੌਂਸਲ ਦੀ ਸਥਾਪਨਾ ਹੋਈ? ਆਪਸ਼ਨ ਨੰਬਰ ਏ ਜੂਨ 1 1906, ਜੂਨ 1 1907, ਸੀ ਜੂਨ 1 1908, ਸੀ ਜੂਨ 1 1909। ਹਾਂਜੀ, ਅੰਗਰੇਜ਼ਾਂ ਸਮੇਂ ਦੌਰਾਨ ਕਿਸ ਸਾਲ ਵਿੱਚ ਨੈਸ਼ਨਲ ਕੌਂਸਲ ਦੀ ਸਥਾਪਨਾ ਹੋਈ? ਜੂਨ 1 1906, ਆਪਸ਼ਨ ਨੰਬਰ ਏ ਰਾਈਟ ਹੈ। ਹਾਂਜੀ, ਕੁਐਸਚਨ ਨੰਬਰ 9, ਬੰਗਾਲ ਦੀ ਵੰਡ ਕਾਰਨ ਕਿਹੜੀ ਸੰਸਥਾ ਦੀ ਸਥਾਪਨਾ ਹੋਈ? ਹਾਂਜੀ, ਆਪਸ਼ਨ ਨੰਬਰ ਏ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ, ਨੈਸ਼ਨਲ ਕਮੇਟੀ ਆਫ ਐਜੂਕੇਸ਼ਨ, ਸੀ ਨੈਸ਼ਨਲ ਐਕਟ ਆਫ ਐਜੂਕੇਸ਼ਨ, ਡੀ ਨੈਸ਼ਨਲ ਕਮਿਸ਼ਨ ਆਫ ਐਜੂਕੇਸ਼ਨ। ਹਾਂਜੀ, ਬੰਗਾਲ ਦੀ ਵੰਡ ਕਾਰਨ ਕਿਹੜੀ ਸੰਸਥਾ ਹੋਂਦ ਵਿੱਚ ਆਈ? ਹਾਂਜੀ, ਆਪਸ਼ਨ ਨੰਬਰ ਏ ਰਾਈਟ ਹੈ ਨੈਸ਼ਨਲ ਕੌਂਸਲ ਆਫ ਐਜੂਕੇਸ਼ਨ। ਹਾਂਜੀ, ਯੂਨੀਵਰਸਿਟੀਆਂ ਦਾ ਮਾਡਲ ਦੁਬਾਰਾ ਤਿਆਰ ਕਰਨ ਲਈ ਅੰਗਰੇਜ਼ਾਂ ਦੁਆਰਾ ਕਿਹੜੇ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ? ਹਾਂਜੀ, ਆਪਸ਼ਨ ਨੰਬਰ ਏ ਭਾਰਤੀ ਸਿੱਖਿਆ ਕਮਿਸ਼ਨ, ਆਪਸ਼ਨ ਨੰਬਰ ਬੀ ਭਾਰਤੀ ਯੂਨੀਵਰਸਿਟੀਜ਼ ਕਮਿਸ਼ਨ, ਆਪਸ਼ਨ ਨੰਬਰ ਸੀ
ਭਾਰਤੀ ਯੂਨੀਵਰਸਿਟੀ ਕਮਿਸ਼ਨ। ਆਪਸ਼ਨ ਨੰਬਰ ਡੀ ਭਾਰਤੀ ਸਿੱਖਿਆ ਸੁਧਾਰ ਕਮਿਸ਼ਨ। ਹਾਂਜੀ, ਇਹਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਬੀ ਭਾਰਤੀ ਯੂਨੀਵਰਸਿਟੀਜ਼ ਕਮਿਸ਼ਨ। ਆਪਸ਼ਨ ਨੰਬਰ ਬੀ ਰਾਈਟ ਹੈ। ਹਾਂਜੀ, ਕੁਐਸਚਨ ਨੰਬਰ 11, ਸਿੱਖਿਆ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਹਾਂਜੀ, ਆਪਸ਼ਨ ਨੰਬਰ ਏ ਵਿਦਿਆਰਥੀਆਂ ਨੂੰ ਗਿਆਨ ਦੇਣ ਨਾਲ। ਆਪਸ਼ਨ ਨੰਬਰ ਬੀ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਨਾਲ। ਆਪਸ਼ਨ ਨੰਬਰ ਸੀ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਨਾਲ ਜਾਣੂ ਕਰਵਾਉਣ ਨਾਲ। ਆਪਸ਼ਨ ਨੰਬਰ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ, ਇਹਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਬੀ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਨਾਲ। ਸਿੱਖਿਆ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਨਾਲ। ਹਾਂਜੀ, ਕੁਐਸਚਨ ਨੰਬਰ 12, ਮੁਫਤ ਅਤੇ ਲਾਜ਼ਮੀ ਪ੍ਰਾਇਮਰੀ ਸਿੱਖਿਆ ਦੀ ਸ਼ੁਰੂਆਤ ਪਹਿਲੀ ਵਾਰ ਕਿਸ ਨੇ ਕੀਤੀ? ਆਪਸ਼ਨ ਨੰਬਰ ਏ ਗੋਪਾਲ ਕ੍ਰਿਸ਼ਨ ਗੋਖਲੇ ਨੇ, ਬੀ ਐਮ ਕੇ ਗਾਂਧੀ ਨੇ, ਸੀ ਐਨ ਪੀ ਈ 1968 ਨੇ, ਡੀ ਪ੍ਰਾਇਮਰੀ ਸਿੱਖਿਆ ਕਮਿਸ਼ਨ ਨੇ। ਹਾਂਜੀ, ਮੁਫਤ ਅਤੇ ਲਾਜ਼ਮੀ ਪ੍ਰਾਇਮਰੀ ਸਿੱਖਿਆ ਦੀ ਸ਼ੁਰੂਆਤ ਗੋਪਾਲ ਕ੍ਰਿਸ਼ਨ ਗੋਖਲੇ ਨੇ ਕੀਤੀ ਸੀ। ਆਪਸ਼ਨ ਨੰਬਰ ਏ ਰਾਈਟ ਹੈ। ਕੁਐਸਚਨ ਨੰਬਰ 13, ਰਾਸ਼ਟਰੀ ਸਿੱਖਿਆ ਅੰਦੋਲਨ ਦਾ ਮੁਖੀ ਕੌਣ ਸੀ? ਹਾਂਜੀ, ਰਾਸ਼ਟਰੀ ਸਿੱਖਿਆ ਅੰਦੋਲਨ ਦਾ ਮੁਖੀ ਕੌਣ ਸੀ? ਏ ਪਟੇਲ, ਬੀ ਗਾਂਧੀ, ਸੀ ਗੋਖਲੇ ਅਤੇ ਡੀ ਜ਼ਾਕਿਰ। ਰਾਸ਼ਟਰੀ ਸਿੱਖਿਆ ਅੰਦੋਲਨ ਦਾ ਮੋਢੀ ਜਾਂ ਮੁਖੀ ਸੀ ਗਾਂਧੀ। ਹਾਂਜੀ, ਕੁਐਸਚਨ ਨੰਬਰ 14, ਸੰਖਿਆ ਦਾ ਸੰਵਿਧਾਨਿਕ ਆਧਾਰ ਕਿਸ ਸਾਲ ਤਿਆਰ ਕੀਤਾ ਗਿਆ ਸੀ? ਆਪਸ਼ਨ ਨੰਬਰ ਏ 1950 ਵਿੱਚ, ਆਪਸ਼ਨ ਨੰਬਰ ਬੀ 1951 ਵਿੱਚ, ਆਪਸ਼ਨ ਨੰਬਰ ਸੀ 1952 ਵਿੱਚ, ਆਪਸ਼ਨ ਨੰਬਰ ਡੀ 1953 ਵਿੱਚ। ਹਾਂਜੀ, ਇਹਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ 1950 ਵਿੱਚ। ਹਾਂਜੀ, ਸੰਖਿਆ ਦਾ ਸੰਵਿਧਾਨਿਕ ਆਧਾਰ ਕਿਸ ਸਾਲ ਤਿਆਰ ਕੀਤਾ ਗਿਆ? 1950 ਵਿੱਚ। ਹਾਂਜੀ, ਕੁਐਸਚਨ ਨੰਬਰ 15, ਵਰਦਾ ਸਕੀਮ ਕਿਸ ਨੇ ਸ਼ੁਰੂ ਕੀਤੀ? ਹਾਂਜੀ, ਕੁਐਸਚਨ ਨੰਬਰ 15, ਵਰਦਾ ਸਕੀਮ ਕਿਸ ਨੇ ਸ਼ੁਰੂ ਕੀਤੀ? ਏ ਜ਼ਾਕਿਰ ਹੁਸੈਨ ਨੇ, ਬੀ ਐਮ ਕੇ ਗਾਂਧੀ ਨੇ, ਸੀ ਸਰਦਾਰ ਪਟੇਲ ਨੇ, ਡੀ ਪੰਡਿਤ ਨਹਿਰੂ ਨੇ। ਹਾਂਜੀ, ਵਰਦਾ ਸਕੀਮ ਜ਼ਾਕਿਰ ਹੁਸੈਨ ਦੁਆਰਾ ਸ਼ੁਰੂ ਕੀਤੀ ਗਈ ਸੀ। ਆਪਸ਼ਨ ਨੰਬਰ ਏ ਰਾਈਟ ਹੈ। ਹਾਂਜੀ, ਜ਼ਾਕਿਰ ਹੁਸੈਨ ਨੇ ਵਰਦਾ ਸਕੀਮ। ਕੁਐਸਚਨ ਨੰਬਰ 16, 1936-37 ਵਿੱਚ ਟੈਕਨੀਕਲ ਵੋਕੇਸ਼ਨਲ ਸਿੱਖਿਆ 'ਤੇ ਰਿਪੋਰਟ ਕਿਸ ਨੇ ਦਿੱਤੀ? ਹਾਂਜੀ, ਆਪਸ਼ਨ ਨੰਬਰ ਏ ਏਬਟ ਨੇ, ਬੀ ਵੁੱਡ ਨੇ, ਸੀ ਹੰਟਰ ਨੇ ਜਾਂ ਡੀ ਬੈਂਟਿੰਗ ਨੇ। ਹਾਂਜੀ, ਕੁਐਸਚਨ ਨੰਬਰ 16 ਦਾ ਰਾਈਟ ਆਂਸਰ ਹੈ ਆਪਸ਼ਨ ਨੰਬਰ ਏ ਏਬਟ ਨੇ। 1936-37 ਵਿੱਚ ਟੈਕਨੀਕਲ ਵੋਕੇਸ਼ਨਲ ਸਿੱਖਿਆ 'ਤੇ ਰਿਪੋਰਟ ਏਬਟ ਨੇ ਦਿੱਤੀ ਸੀ। ਕੁਐਸਚਨ ਨੰਬਰ 17, ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਲਈ ਘੱਟ ਗਿਣਤੀਆਂ ਨੂੰ ਅਧਿਕਾਰ ਦਿੰਦੀ ਹੈ? ਹਾਂਜੀ, ਇਹ ਧਾਰਾ 45, ਬੀ ਧਾਰਾ 216, ਸੀ ਧਾਰਾ 30 ਜਾਂ ਡੀ ਇਹਨਾਂ ਵਿੱਚੋਂ ਕੋਈ ਨਹੀਂ। ਕਿਹੜੀ ਧਾਰਾ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਲਈ ਘੱਟ ਗਿਣਤੀਆਂ ਨੂੰ ਅਧਿਕਾਰ ਦਿੰਦੀ ਹੈ? ਆਪਸ਼ਨ ਨੰਬਰ ਸੀ ਰਾਈਟ ਹੈ, 30, ਧਾਰਾ 30। ਹਾਂਜੀ, ਕੁਐਸਚਨ ਨੰਬਰ 18, ਭਾਰਤੀ ਸੰਵਿਧਾਨ ਦੇ ਅਨੁਸਾਰ ਹੁਣ ਸਿੱਖਿਆ ਹੈ। ਕੁਐਸਚਨ ਨੰਬਰ ਹਾਂਜੀ, ਆਨਸਰ ਨੰਬਰ ਏ ਕੇਵਲ ਰਾਜ ਦਾ ਵਿਸ਼ਾ ਹੈ, ਬੀ ਕੇਵਲ ਕੇਂਦਰ ਦਾ ਵਿਸ਼ਾ ਹੈ, ਸੀ ਏ ਅਤੇ ਬੀ ਦੋਵੇਂ, ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ, ਇਹਦਾ ਰਾਈਟ ਆਨਸਰ ਹੈ ਏ ਅਤੇ ਬੀ ਦੋਵੇਂ। ਇਹ ਰਾਜ ਅਤੇ ਕੇਂਦਰ ਦੋਵਾਂ ਦਾ ਵਿਸ਼ਾ ਹੈ। ਹਾਂਜੀ, ਕੁਐਸਚਨ ਨੰਬਰ 19, ਕਿਹੜੀ ਧਾਰਾ ਮੁਫਤ ਅਤੇ ਲਾਜ਼ਮੀ ਪ੍ਰਾਇਮਰੀ ਸਿੱਖਿਆ ਨਾਲ ਸੰਬੰਧਿਤ ਹੈ? ਧਾਰਾ ਏ 253, ਬੀ ਧਾਰਾ 45, ਸੀ ਧਾਰਾ 46 ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਕਿਹੜੀ ਧਾਰਾ ਮੁਫਤ ਅਤੇ ਲਾਜ਼ਮੀ ਪ੍ਰਾਇਮਰੀ ਸਿੱਖਿਆ ਨਾਲ ਸੰਬੰਧਿਤ ਹੈ? ਹਾਂਜੀ, ਆਪਸ਼ਨ ਨੰਬਰ ਬੀ ਰਾਈਟ ਹੈ, ਧਾਰਾ 45। ਹਾਂਜੀ, ਕੁਐਸਚਨ ਨੰਬਰ ਬੀ ICDS ਤੋਂ ਭਾਵ ਹੈ? ਆਪਸ਼ਨ ਨੰਬਰ ਏ ਇੰਟੀਗ੍ਰੇਟਿਡ ਕੋਰਸ ਆਫ ਡਿਵੈਲਪਮੈਂਟ ਸਰਵਿਸਿਜ਼, ਬੀ ਇੰਟਰਨੈਸ਼ਨਲ ਚਾਈਲਡ ਡਿਵੈਲਪਮੈਂਟ, ਸੀ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ, ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ, ਕੁਐਸਚਨ ਨੰਬਰ ਬੀ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ
इंटीग्रेटेड चाइल्ड डेवलपमेंट स्कीम। हाँ जी। क्वेश्चन नंबर 21 MHRD तो भाव है। ऑप्शन नंबर ए मिनिस्ट्री ऑफ ह्यूमन रिसोर्स डेवलपमेंट, बी मिनिस्ट्री ऑफ ह्यूमन रिसर्च डेवलपमेंट, सी मिनिस्ट्री ऑफ ह्यूमन रिसर्च एंड डेवलपमेंट, डी मिनिस्ट्री ऑफ हार्डवेयर रिसर्च एंड डेवलपमेंट। हाँ जी। ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ। ਹਾਂਜੀ। ਆਪਸ਼ਨ ਨੰਬਰ 22 ਹੇਠ ਲਿਖਿਆ ਵਿੱਚੋਂ ਕਿਹੜੀਆਂ ਵਿਦਿਅਕ ਏਜੰਸੀਆਂ ਰਾਸ਼ਟਰੀ ਪੱਧਰ ਤੇ ਸਕੂਲ ਸਿੱਖਿਆ ਦੇ ਖੇਤਰ ਵਿੱਚ ਖੋਜਾਂ ਕਰਦੀਆਂ ਹਨ। ਆਪਸ਼ਨ ਨੰਬਰ ਏ NCERT, UGC, सी सेंट्रल बोर्ड ऑफ एजुकेशन, डी सेंट्रल स्कूल्स ऑर्गेनाइजेशन। हाँ जी। ਇਹਦਾ राइट आंसर है NCERT। हाँ जी। हाँ जी। क्वेश्चन नंबर 23 AICTE तो भाव है। ऑप्शन नंबर ए ऑल इंडिया सेंटर ऑफ टीचर एजुकेशन, बी ऑल इंडिया काउंसिल ऑफ टीचर एजुकेशन, सी ऑल इंडिया काउंसिल ऑफ टेक्निकल एजुकेशन, डी ऑल इंडिया सेंटर ऑफ टेक्निकल एजुकेशन। हाँ जी। AICTE ऑल इंडिया काउंसिल ऑफ टीचर एजुकेशन। ऑप्शन नंबर ऑल इंडिया काउंसिल ऑफ टेक्निकल एजुकेशन। ऑप्शन नंबर सी राइट है। हाँ जी। क्वेश्चन नंबर 24 DIET ਦਾ ਕੰਮ है। ऑप्शन नंबर ए ਸੈਕੰਡਰੀ ਟੀਚਰਾਂ ਲਈ, बी ਪ੍ਰਾਇਮਰੀ ਟੀਚਰਾਂ ਲਈ, ਸੀ ਇਨ ਸਰਵਿਸ ਸੈਕੰਡਰੀ ਟੀਚਰਾਂ ਲਈ, ਡੀ ਇਨ ਸਰਵਿਸ ਪ੍ਰਾਇਮਰੀ ਟੀਚਰਾਂ ਲਈ। DIET डाइट यानी ऑप्शन नंबर सी राइट है इन सर्विस सैकंडरी टीचर ਲਈ। हाँ जी। क्वेश्चन नंबर 25 NAEP तो की भाव है। ए नैशनल अडल्ट एजुकेशन प्रोग्राम, बी नैशनल अकेडमी ऑफ एलीमेंट्री प्रोडक्शन, सी नैशनल एरिया ऑफ इरेडिकेशन ऑफ पावर्टी, डी नैशनल अकेडमी ऑफ एजुकेशन पॉलिसी। हाँ जी। ਇਹਦਾ राइट आंसर है नेशनल अडल्ट एजुकेशन प्रोग्राम। हाँ जी। ऑप्शन नंबर ए राइट है नेशनल अडल्ट एजुकेशन प्रोग्राम। हाँ जी। क्वेश्चन नंबर 26 भारत ਵਿੱਚ ਉਚੇਰੀ ਸਿੱਖਿਆ ਦੀ ਜ਼ਿੰਮੇਵਾਰੀ ਹੈ। ए यूनिवर्सिटी ग्रांट कमीशन ਦੀ, बी ਮਨੁੱਖੀ ਸੰਸਾਧਨ ਅਤੇ ਵਿਕਾਸ ਮੰਤਰਾਲੇ ਦੀ, सी ਕੇਂਦਰੀ ਸਲਾਹਕਾਰ ਕੌਂਸਲ ਤੇ डी राष्ट्रीय विद्यक खोज ते सिखलाई कौंसल। हाँ जी। गल हो रही है उचेरी सिक्ख्या की। उचेरी सिक्ख्या कौन किसकी जिम्मेवारी है। यूनिवर्सिटी ग्रांट कमीशन। ऑप्शन नंबर ए राइट है। हाँ जी। क्वेश्चन नंबर 27 हेठ लिखिया विचों किहड़े कमीशन ने कामन स्कूल सिस्टम के सिद्धांत की सिफारिश की। हाँ जी। ऑप्शन नंबर ए कोठारी कमीशन ने, ऑप्शन नंबर बी मदालियर कमीशन ने, ऑप्शन नंबर सी राष्ट्रीय शिक्षा नीति ने, ऑप्शन नंबर डी सार्जेंट रिपोर्ट ने। हाँ जी। कमीशन ने कामन स्कूल सिस्टम के सिद्धांत की खोज सिफारिश किसने की। ऑप्शन नंबर सी राष्ट्रीय शिक्षा नीति ने। राष्ट्रीय शिक्षा नीति को हंटर नीति भी कहा जाता है, जो कि 1964 तो 1982-83 ਵਿੱਚ आई सी, जो कि विलियम हंटर जी के नेता से। हाँ जी। क्वेश्चन नंबर 28 अर्ली चाइल्डहुड केयर एंड एजुकेशन प्रोग्राम की सिफारिश की। ए राष्ट्रीय शिक्षा नीति 1968 द्वारा, बी राष्ट्रीय शिक्षा नीति 1986 द्वारा, सी कोठारी कमीशन 1964-66 द्वारा, हाँ जी, डी राममूर्ति रिव्यू कमेटी 1990 द्वारा। हाँ जी।
क्वेश्चन नंबर 28 ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਰਾਸ਼ਟਰੀ ਸਿੱਖਿਆ ਨੀਤੀ 1986 ਦੁਆਰਾ। क्वेश्चन नंबर 29 सन 1976 ਵਿੱਚ ਅਨਪੜ੍ਹ ਵਿਅਕਤੀਆਂ ਦੇ 15-35 ਸਾਲਾਂ ਦੇ ਉਮਰ ਸਮੂਹ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਗਰਾਮ ਆਰੰਭ ਕੀਤਾ ਗਿਆ ਸੀ? ਆਪਸ਼ਨ ਨੰਬਰ ਏ ਰਾਸ਼ਟਰੀ ਬਾਲਕ ਸਿੱਖਿਆ ਪ੍ਰੋਗਰਾਮ, ਆਪਸ਼ਨ ਨੰਬਰ ਬੀ ਸਾਰਿਆਂ ਲਈ ਸਿੱਖਿਆ, ਆਪਸ਼ਨ ਨੰਬਰ ਸੀ ਰਾਸ਼ਟਰੀ ਸਾਖਰਤਾ ਮਿਸ਼ਨ, ਆਪਸ਼ਨ ਨੰਬਰ ਡੀ ਉਪਰੋਕਤ ਵਿੱਚ ਕੋਈ ਨਹੀਂ। ਹਾਂਜੀ, ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ ਰਾਸ਼ਟਰੀ ਬਾਲਕ ਸਿੱਖਿਆ ਪ੍ਰੋਗਰਾਮ। क्वेश्चन नंबर 3 नेशनल कौंसल ऑफ टीचर एजुकेशन NCTE है ए सलाहकार संस्था, आदेशात्मक संस्था, सी कानूनी मान्यता प्राप्त संस्था, सी इन्होंने विचों कोई नहीं। हाँ जी, नेशनल कौंसल ऑफ टीचर एजुकेशन है कानूनी मान्यता प्राप्त संस्था। कानूनी मान्यता प्राप्त संस्था ये है भी ये जिहड़ी संस्था बनाई गई है ये ਕਿਸੇ ਐਕਟ ਨੂੰ ਪਾਸ ਕਰਕੇ ਤੇ ਫਿਰ ਬਣਾਈ ਗਈ ਹੈ NCTE, ਤਾਂ ਹੀ ਇਹਨੂੰ ਕਾਨੂੰਨੀ ਮਾਨਤਾ ਪ੍ਰਾਪਤ ਸੰਸਥਾ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 31 ਹੇਠ ਲਿਖਿਆਂ ਵਿੱਚੋਂ ਕਿਹੜਾ NCERT ਦਾ ਸੰਵਿਧਾਨ ਬਣਾਉਣ ਵਾਲਾ ਨਹੀਂ ਹੈ? ਆਪਸ਼ਨ ਨੰਬਰ ਏ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ, ਬੀ ਸੈਂਟਰ ਆਫ ਐਜੂਕੇਸ਼ਨਲ ਟੈਕਨੋਲੋਜੀ, ਸੀ ਰੀਜਨਲ ਕਾਲਜ ਆਫ ਐਜੂਕੇਸ਼ਨ, ਡੀ ਰੀਜਨਲ ਇੰਸਟੀਚਿਊਟ ਆਫ ਇੰਗਲਿਸ਼। NCERT ਦਾ ਸੰਵਿਧਾਨ ਬਣਾਉਣ ਵਾਲਾ ਨਹੀਂ ਹੈ। ਹਾਂਜੀ, ਆਪਸ਼ਨ ਨੰਬਰ ਡੀ ਰਾਈਟ ਹੈ, ਰੀਜਨਲ ਇੰਸਟੀਚਿਊਟ ਆਫ ਇੰਗਲਿਸ਼। ਹਾਂਜੀ, ਕੁਐਸਚਨ ਨੰਬਰ 32 ਕਿਹੜਾ ਮੰਤਰਾਲਾ ITs ਦੀ ਦੇਖਭਾਲ ਕਰਦਾ ਹੈ? ਆਪਸ਼ਨ ਨੰਬਰ ਏ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ, ਬੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਸੀ ਉਦਯੋਗ ਮੰਤਰਾਲਾ ਜਾਂ ਡੀ ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ, ਇਹਦਾ ਰਾਈਟ ਆਨਸਰ ਆਪਸ਼ਨ ਨੰਬਰ ਬੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ। ਹਾਂਜੀ, SCERT ਸਿਖਲਾਈ ਪ੍ਰਦਾਨ ਕਰਦੀ ਹੈ। ਆਪਸ਼ਨ ਨੰਬਰ ਏ ਪ੍ਰੀ ਸਰਵਿਸ ਟੀਚਰਾਂ ਨੂੰ, ਬੀ ਇਨ ਸਰਵਿਸ ਟੀਚਰਾਂ ਨੂੰ। ਇਹਨਾਂ ਦੋਵਾਂ ਵਿੱਚੋਂ ਗੈਸ ਕਰ ਲਓ, ਇੱਕ ਆਨਸਰ ਹੈ ਵੀਰ। ਹਾਂਜੀ, ਇਨ ਸਰਵਿਸ ਟੀਚਰਾਂ ਨੂੰ SCERT ਇਨ ਸਰਵਿਸ ਟੀਚਰਾਂ ਨੂੰ ਸੇਵਾ ਜਾਂ ਸਿਖਲਾਈ ਪ੍ਰਦਾਨ ਕਰਦੀ ਹੈ। ਹਾਂਜੀ, ਕੁਐਸਚਨ ਨੰਬਰ 34 NCERT ਦਾ ਕੰਮ ਹੈ। ਆਪਸ਼ਨ ਨੰਬਰ ਏ ਕਾਲਜ ਸਿੱਖਿਆ ਦਾ ਸੁਧਾਰ, ਬੀ ਸਕੂਲ ਸਿੱਖਿਆ ਦਾ ਸੁਧਾਰ, ਸੀ ਯੂਨੀਵਰਸਿਟੀ ਸਿੱਖਿਆ ਦਾ ਸੁਧਾਰ, ਡੀ ਪ੍ਰਾਇਮਰੀ ਸਿੱਖਿਆ ਦਾ ਸੁਧਾਰ। ਹਾਂਜੀ, NCERT ਦਾ ਮੁੱਖ ਕੰਮ ਹੈ ਸਕੂਲ ਸਿੱਖਿਆ ਦਾ ਸੁਧਾਰ, ਸਕੂਲ ਲੈਵਲ 'ਤੇ ਕੰਮ ਕਰਦੀ ਹੈ ਵੀ। ਆਪਸ਼ਨ ਨੰਬਰ ਬੀ ਰਾਈਟ ਹੈ। ਕੁਐਸਚਨ ਨੰਬਰ 35 NCERT ਦੀ ਸਥਾਪਨਾ ਹੋਈ? ਏ 1971 ਵਿੱਚ, ਬੀ 1968 ਵਿੱਚ, ਸੀ 1961 ਵਿੱਚ, ਡੀ 1958 ਵਿੱਚ। ਹਾਂਜੀ, NCERT ਦੀ ਸਥਾਪਨਾ ਜਿਹੜੀ ਹੋਈ ਹੈ ਉਹ 1961 ਈਸਵੀ ਵਿੱਚ ਹੋਈ ਹੈ। ਆਪਸ਼ਨ ਨੰਬਰ ਸੀ ਰਾਈਟ ਹੈ। 1961 ਵਿੱਚ ਆਪਣਾ ਪਟਿਆਲੇ ਵਿਖੇ NIS ਵੀ ਬਣਿਆ ਬਈ। ਇਹਨਾਂ ਦੋਵਾਂ ਨੂੰ ਮਿਲਾ ਕੇ ਦੇਖ ਲਓ, NCERT ਦੀ ਸਥਾਪਨਾ ਵੀ 1961 ਅਤੇ NIS ਦੀ ਸਥਾਪਨਾ ਪਟਿਆਲਾ ਵੀ 1961 ਵਿੱਚ। ਹਾਂਜੀ, ਕੁਐਸਚਨ ਨੰਬਰ 36 ਰਾਸ਼ਟਰੀ ਸਿੱਖਿਆ ਨੀਤੀ ਦਾ ਸੋਧਿਆ ਹੋਇਆ ਸੰਸਕਰਣ ਪੇਸ਼ ਕੀਤਾ ਗਿਆ? ਆਪਸ਼ਨ ਨੰਬਰ ਏ 1961 ਵਿੱਚ, ਬੀ 1992 ਵਿੱਚ, ਸੀ 1993 ਵਿੱਚ, ਡੀ 1994 ਵਿੱਚ। ਰਾਸ਼ਟਰੀ ਸਿੱਖਿਆ ਨੀਤੀ ਦਾ ਸੋਧਿਆ ਹੋਇਆ ਸੰਸਕਰਣ ਪੇਸ਼ ਕੀਤਾ ਗਿਆ ਬੀ 1992 ਵਿੱਚ। ਹਾਂਜੀ, ਕੁਐਸਚਨ ਨੰਬਰ 37 ਉਚੇਰੀ ਸਿੱਖਿਆ ਦੀ ਦੇਖਭਾਲ ਕੀਤੀ ਜਾਂਦੀ ਹੈ? ਆਪਸ਼ਨ ਨੰਬਰ ਏ ਕੇਂਦਰੀ ਸਲਾਹਕਾਰ ਕੌਂਸਲ ਦੁਆਰਾ, ਬੀ HRD ਮੰਤਰਾਲੇ ਦੁਆਰਾ, ਸੀ UGC ਦੁਆਰਾ, ਡੀ NCERT ਦੁਆਰਾ। ਹਾਂਜੀ, ਉਚੇਰੀ ਸਿੱਖਿਆ ਦੀ ਦੇਖਭਾਲ ਪਹਿਲਾਂ ਵੀ ਦੱਸਿਆ ਕਿ UGC ਦੁਆਰਾ ਕੀਤੀ ਜਾਂਦੀ ਹੈ। ਆਪਸ਼ਨ ਨੰਬਰ ਸੀ ਰਾਈਟ ਹੈ। ਕੁਐਸਚਨ ਨੰਬਰ 38 ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ ਸਥਾਪਨਾ ਹੋਈ? ਆਪਸ਼ਨ ਨੰਬਰ ਏ 1985 ਵਿੱਚ, ਆਪਸ਼ਨ ਨੰਬਰ ਬੀ 1986 ਵਿੱਚ, ਆਪਸ਼ਨ ਨੰਬਰ ਸੀ 1987 ਵਿੱਚ, ਆਪਸ਼ਨ ਨੰਬਰ ਡੀ 1988 ਵਿੱਚ। ਹਾਂਜੀ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ ਸਥਾਪਨਾ 1985 ਵਿੱਚ ਹੋਈ ਹੈ, ਇੰਦਰਾ ਗਾਂਧੀ ਦੇ ਦੇਹਾਂਤ ਤੋਂ ਬਾਅਦ। ਹਾਂਜੀ, ਕੁਐਸਚਨ ਨੰਬਰ 39 DPEP ਤੋਂ ਭਾਵ ਹੈ?
A ਪ੍ਰਾਇਮਰੀ ਵਿੰਗ ਨਾਲ, B ਸੈਕੰਡਰੀ ਵਿੰਗ ਨਾਲ, C ਸੀਨੀਅਰ ਸੈਕੰਡਰੀ ਵਿੰਗ ਨਾਲ, ਉਪਰੋਕਤ ਵਿੱਚੋਂ ਕੋਈ ਨਹੀਂ। ਹਾਂਜੀ, DPE ਤੋਂ ਭਾਵ ਹੈ ਪ੍ਰਾਇਮਰੀ ਵਿੰਗ ਨਾਲ। ਆਪਸ਼ਨ ਨੰਬਰ A ਰਾਈਟ ਹੈ। ਕੁਐਸਚਨ ਨੰਬਰ 40, ਲਾਜ਼ਮੀ ਪ੍ਰਾਇਮਰੀ ਸਿੱਖਿਆ ਲਈ ਖੋਖਲੇ ਦਾ ਬਿੱਲ ਪੇਸ਼ ਹੋਇਆ। ਹਾਂਜੀ, 1910 ਵਿੱਚ, B 1914 ਵਿੱਚ, C 1921 ਵਿੱਚ, D 1935 ਵਿੱਚ। ਹਾਂਜੀ, ਇਹਦਾ ਰਾਈਟ ਆਨਸਰ ਹੈ 1910, ਇਹ ਰਾਈਟ ਹੈ। ਹਾਂਜੀ, ਕੁਐਸਚਨ ਨੰਬਰ 41, ਇੰਡੀਅਨ ਯੂਨੀਵਰਸਿਟੀਜ਼ ਕਮਿਸ਼ਨ ਦੀ ਸਥਾਪਨਾ ਹੋਈ। A 1902 ਵਿੱਚ, B 1914 ਵਿੱਚ, C 1921 ਵਿੱਚ, D 1919 ਵਿੱਚ। ਹਾਂਜੀ, ਇਹਦਾ ਰਾਈਟ ਆਨਸਰ ਹੈ A 1902 ਵਿੱਚ। ਕੁਐਸਚਨ ਨੰਬਰ 42, ਸਿੱਖਿਆ ਦੇ ਸੰਵਿਧਾਨਿਕ ਆਧਾਰ ਹੋਂਦ ਵਿੱਚ ਆਏ। A 1948 ਵਿੱਚ, B 1949 ਵਿੱਚ, C 1950 ਵਿੱਚ ਜਾਂ D 1951 ਵਿੱਚ। ਹਾਂਜੀ, ਕੁਐਸਚਨ ਨੰਬਰ 42 ਦਾ ਰਾਈਟ ਆਨਸਰ ਹੈ 1950 ਵਿੱਚ। ਸਿੱਖਿਆ ਦੇ ਸੰਵਿਧਾਨਿਕ ਆਧਾਰ ਹੋਂਦ ਵਿੱਚ ਆਏ 1950 ਵਿੱਚ। ਸਾਰਜੈਂਟ ਰਿਪੋਰਟ ਪੇਸ਼ ਹੋਈ ਸੀ। ਆਪਸ਼ਨ ਨੰਬਰ A 1927 ਵਿੱਚ, B 1938 ਵਿੱਚ, C 1939 ਵਿੱਚ ਜਾਂ D 1935 ਵਿੱਚ। ਹਾਂਜੀ, ਸਾਰਜੈਂਟ ਰਿਪੋਰਟ ਪੇਸ਼ ਹੋਈ ਸੀ। ਆਪਸ਼ਨ ਨੰਬਰ B ਰਾਈਟ ਹੈ 1938 ਵਿੱਚ। ਕੁਐਸਚਨ ਨੰਬਰ 44, 1956 ਵਿੱਚ ਜ਼ਾਕਿਰ ਹੁਸੈਨ ਕਮੇਟੀ ਨੇ ਸਿਧਾਂਤ ਦਿੱਤਾ। A ਮੁੱਢਲੀ ਸਿੱਖਿਆ ਦਾ, B ਪ੍ਰਾਇਮਰੀ ਸਿੱਖਿਆ ਦਾ, C ਵੋਕੇਸ਼ਨਲ ਸਿੱਖਿਆ ਦਾ ਜਾਂ D ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ, ਆਪਸ਼ਨ ਨੰਬਰ A ਰਾਈਟ ਹੈ ਮੁੱਢਲੀ ਸਿੱਖਿਆ ਦਾ। 45, ਔਰਤਾਂ ਦੀ ਸਿੱਖਿਆ ਤੇ ਰਾਸ਼ਟਰੀ ਕਮੇਟੀ ਦੀ ਸਥਾਪਨਾ ਹੋਈ। A 1952 ਵਿੱਚ, B 1956 ਵਿੱਚ, C 1957 ਵਿੱਚ ਜਾਂ D 1963 ਵਿੱਚ। ਹਾਂਜੀ, ਇਹਦਾ ਰਾਈਟ ਆਨਸਰ ਹੈ C 1957 ਵਿੱਚ। ਔਰਤਾਂ ਦੀ ਸਿੱਖਿਆ ਤੇ ਰਾਸ਼ਟਰੀ ਕਮੇਟੀ ਦੀ ਸਥਾਪਨਾ ਹੋਈ C 1957 ਵਿੱਚ। ਹਾਂਜੀ, ਕੁਐਸਚਨ ਨੰਬਰ 46, ਰੂਰਲ ਫੰਕਸ਼ਨ ਲਿਟਰੇਸੀ ਪ੍ਰੋਗਰਾਮ RFLP ਰੂਰਲ ਫੰਕਸ਼ਨ ਲਿਟਰੇਸੀ ਪ੍ਰੋਗਰਾਮ ਦਾ ਮਕਸਦ ਹੈ। ਇਹ ਸਿੱਖਿਆਰਥੀਆਂ ਵਿੱਚ ਉਹਨਾਂ ਦੀ ਨਿੱਜੀ, ਆਰਥਿਕ, ਸਮਾਜਿਕ ਜ਼ਿੰਦਗੀ ਦਾ ਸੁਧਾਰ ਕਰਨ ਲਈ ਵਿਵਹਾਰਕ ਯੋਗਤਾਵਾਂ ਦਾ ਵਿਕਾਸ ਕਰਨਾ। B ਸਿੱਖਿਆਰਥੀਆਂ ਵਿੱਚ ਪੜ੍ਹਨ, ਲਿਖਣ ਅਤੇ ਹਿਸਾਬ ਕਿਤਾਬ ਦੀਆਂ ਯੋਗਤਾਵਾਂ ਦਾ ਵਾਧਾ ਕਰਨਾ। C ਭਿੰਨ ਭਿੰਨ ਸਮਾਜਿਕ ਆਰਥਿਕ ਯੋਜਨਾਵਾਂ ਦੇ ਵਿਕਾਸ ਤੋਂ ਲਾਭ ਲੈਣ ਬਾਰੇ ਸਿੱਖਿਆਰਥੀਆਂ ਨੂੰ ਜਾਗਰੂਕ ਕਰਨਾ ਜਾਂ D ਉਪਰੋਕਤ ਸਾਰੇ। ਹਾਂਜੀ, ਕੁਐਸਚਨ ਨੰਬਰ 46 ਦਾ ਰਾਈਟ ਆਨਸਰ ਹੈ D ਉਪਰੋਕਤ ਸਾਰੇ। ਹਾਂਜੀ, ਕੁਐਸਚਨ ਨੰਬਰ 49, ਰਾਸ਼ਟਰੀ ਸਾਖਰਤਾ ਮਿਸ਼ਨ ਦਾ ਆਰੰਭ ਹੋਇਆ। A 1981 ਵਿੱਚ, B 1984 ਵਿੱਚ, C 1988 ਵਿੱਚ, D 1999 ਵਿੱਚ। ਰਾਸ਼ਟਰੀ ਸਾਖਰਤਾ ਮਿਸ਼ਨ। ਹਾਂਜੀ, ਇਹਦਾ ਰਾਈਟ ਆਨਸਰ ਹੈ C 1988 ਵਿੱਚ। 48, ਬੱਚਿਆਂ ਲਈ ਰਾਸ਼ਟਰੀ ਨੀਤੀ ਤਿਆਰ ਹੋਈ। A 1971 ਵਿੱਚ, B 1972 ਵਿੱਚ, C 1974 ਵਿੱਚ ਜਾਂ D 1976 ਵਿੱਚ। ਬੱਚਿਆਂ ਲਈ ਰਾਸ਼ਟਰੀ ਨੀਤੀ ਤਿਆਰ ਹੋਈ A C 1974 ਵਿੱਚ। ਹਾਂਜੀ, ਇਹਦਾ ਰਾਈਟ ਆਨਸਰ ਹੈ C 1974 ਵਿੱਚ। ਸੋਧੀ ਹੋਈ ਸਿੱਖਿਆ ਰਾਸ਼ਟਰੀ ਨੀਤੀ ਆਈ। ਸੋਧੀ ਹੋਈ ਸਿੱਖਿਆ ਰਾਸ਼ਟਰੀ ਨੀਤੀ ਆਈ A 1991, B 1992 ਵਿੱਚ, C 1973, D 1994 ਵਿੱਚ। ਹਾਂਜੀ, ਇਹਦਾ ਰਾਈਟ ਆਨਸਰ ਹੈ B 1992 ਵਿੱਚ। ਕੁਐਸਚਨ ਨੰਬਰ 50, ਪੋਸਟ ਬੇਸਿਕ ਅਤੇ ਮਲਟੀਪਰਪਜ਼ ਸਕੂਲਾਂ ਦੀ ਸਮਾਨਤਾ ਦਾ ਸਿਧਾਂਤ ਕੀਤਾ ਗਿਆ। ਹਾਂਜੀ, A 1953 ਵਿੱਚ, B 1954 ਵਿੱਚ, C 1956 ਵਿੱਚ ਜਾਂ D 1957 ਵਿੱਚ। ਹਾਂਜੀ, ਇਹਦਾ ਰਾਈਟ ਆਨਸਰ D 1957 ਵਿੱਚ। ਹਾਂਜੀ, ਆਹ ਜਿਹੜੇ ਮਲਟੀਪਰਪਜ਼ ਸਕੂਲ ਹੈ ਇਹ ਆਪਣੇ ਪਟਿਆਲੇ 'ਚ ਵੀ ਹੈ ਇੱਕ ਗੌਰਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਹੀ ਹੈ ਮਲਟੀਪਰਪਜ਼ ਸਕੂਲ, ਹਾਈ ਲੈਵਲ ਦੇ ਸਕੂਲ ਹੈ। ਅਤੇ ਇਹਦੀ ਸਥਾਪਨਾ ਜਾਂ ਸਮਾਨਤਾ ਸਿਧਾਂਤ ਹੋਇਆ 1957 ਵਿੱਚ। ਅਤੇ 1957 ਵਿੱਚ ਆਪਣੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਜਿਵੇਂ LCPE ਬਣੀ ਹੈ, ਮੱਕਾ ਟਰਾਫੀ ਬਣੀ ਹੈ। ਮੱਕਾ ਟਰਾਫੀ ਦੀ ਸ਼ੁਰੂਆਤ ਹੋਈ 1957। ਕੋਰਿਲੇਟ ਕਰ ਲਿਆ ਕਰੋ ਸਾਰੀਆਂ ਚੀਜ਼ਾਂ ਨੂੰ, ਵੀ ਯਾਦ ਕਰਨ 'ਚ ਸੌਖਾ ਹੋ ਜਾਂਦਾ। ਹਾਂਜੀ, UGC ਦਾ ਮੁੱਖ ਕੰਮ ਉਚੇਰੀ ਸਿੱਖਿਆ ਦੇ ਪੱਧਰਾਂ ਵਿੱਚ ਇੱਕ ਰੂਪਤਾ ਪੈਦਾ ਕਰਨਾ, ਸਕੂਲ ਸਿੱਖਿਆ ਦੀ ਗੁਣਵੱਤਾ ਦਾ ਨਿਰੀਖਣ ਕਰਨਾ,
ਸੀ ਤਕਨੀਕੀ ਸਿੱਖਿਆ ਦੀ ਗੁਣਵੱਤਾ ਦਾ ਨਿਰੀਖਣ ਕਰਨਾ, ਡੀ ਕਮੇਟੀ ਅਤੇ ਆਯੋਗਾਂ ਦੀ ਨਿਯੁਕਤੀ ਕਰਨਾ। ਹਾਂਜੀ, ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ, ਉਚੇਰੀ ਸਿੱਖਿਆ ਦੇ ਪੱਧਰਾਂ ਵਿੱਚ ਇਕਰੂਪਤਾ ਪੈਦਾ ਕਰਨਾ। ਹਾਂਜੀ, ਕੁਐਸਚਨ ਨੰਬਰ 52, NCERT ਦਾ ਮੁੱਖ ਕੰਮ। ਹਾਂਜੀ, ਆਪਸ਼ਨ ਨੰਬਰ ਏ, ਅਧਿਆਪਕਾਂ ਲਈ ਨਵੇਂ ਗ੍ਰੇਡਾਂ ਦੀ ਸਿਫਾਰਸ਼ ਕਰਨਾ, ਬੀ ਅਧਿਆਪਕਾਂ ਲਈ ਇੱਕ ਸਮਾਨ ਸਵੈ ਸ਼ਰਤਾਂ ਦੀ ਸਿਫਾਰਸ਼ ਕਰਨਾ, ਸੀ ਸਕੂਲੀ ਸਿੱਖਿਆ ਸੰਬੰਧ ਖੋਜ ਕਰਦੇ ਰਹਿਣਾ ਅਤੇ ਅਧਿਆਪਕ ਸਿੱਖਿਆ ਦੇ ਪ੍ਰੋਗਰਾਮ ਵਿੱਚ ਸੁਧਾਰ ਲਈ ਕੰਮ ਕਰਨਾ, ਡੀ ਕਾਲਜ ਪੱਧਰ 'ਤੇ ਬਿਹਤਰ ਸਿੱਖਿਆ ਲਈ ਖੋਜ ਕਰਨਾ। ਹਾਂਜੀ, NCERT ਦਾ ਇੱਕ ਮੁੱਖ ਕੰਮ ਹੈ ਜਿਹੜਾ ਯਾਦ ਰੱਖੋ ਵੀ ਇਹ ਸਕੂਲ ਵਾਸਤੇ ਕੰਮ ਕਰਦੀ ਹੈ, ਸਕੂਲੀ ਸਿੱਖਿਆ ਸੰਬੰਧੀ ਖੋਜ ਕਰਦੇ ਰਹਿਣਾ ਅਤੇ ਅਧਿਆਪਕ ਸਿੱਖਿਆ ਦੇ ਪ੍ਰੋਗਰਾਮ ਵਿੱਚ ਸੁਧਾਰ ਲਈ ਕੰਮ ਕਰਨਾ। ਰਾਈਟ ਆਨਸਰ ਹੈ ਸੀ। ਹਾਂਜੀ, ਹਾਂਜੀ, ਕੁਐਸਚਨ ਨੰਬਰ 15, ਰਾਸ਼ਟਰੀ ਓਪਨ ਸਕੂਲ ਦਾ ਉਦੇਸ਼ ਹੈ। ਆਪਸ਼ਨ ਨੰਬਰ ਏ, ਸਿੱਖਿਆ ਦਾ ਵੈਸ਼ਵੀਕਰਨ, ਬੀ ਸਮਾਜਿਕ ਸਮਾਨਤਾ ਅਤੇ ਇਨਸਾਫ ਵਿੱਚ ਵਾਧਾ, ਸੀ ਸਿੱਖਿਅਤ ਸਮਾਜ ਦਾ ਨਿਰਮਾਣ ਕਰਨਾ, ਡੀ ਉਪਰੋਕਤ ਸਾਰੇ ਹੀ। ਹਾਂਜੀ, ਰਾਸ਼ਟਰੀ ਓਪਨ ਸਕੂਲ, ਇਹਦਾ ਰਾਈਟ ਆਨਸਰ ਹੈ ਡੀ ਸਾਰੇ ਹੀ। ਕੁਐਸਚਨ ਨੰਬਰ 54, ਸਿੱਖਿਆ ਦੇ ਸੰਦਰਭ ਵਿੱਚ UEF ਵਿੱਚ ਯੂ ਦਾ ਕੀ ਭਾਵ ਹੈ। ਹਾਂਜੀ, ਯੂ ਤੋਂ ਭਾਵ ਹੈ ਯੂਨੀਵਰਸਿਟੀ, ਬੀ ਯੂਨੀਵਰਸਲ, ਟੀ ਅਨਐਡੂਕੇਟਡ ਐਂਡ ਡੀ ਯੂਨੀਵਰਸਲਾਈਜੇਸ਼ਨ। ਹਾਂਜੀ, UEF ਵਿੱਚ ਯੂ ਤੋਂ ਭਾਵ ਹੈ ਯੂਨੀਵਰਸਲਾਈਜੇਸ਼ਨ। ਆਪਸ਼ਨ ਨੰਬਰ ਡੀ ਰਾਈਟ ਹੈ। ਜੀ, ਕੁਐਸਚਨ ਨੰਬਰ 55, ਨੈਸ਼ਨਲ ਲਿਟਰੇਸੀ ਮਿਸ਼ਨ ਕਿਹੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਬਣਾਇਆ ਗਿਆ। ਆਪਸ਼ਨ ਨੰਬਰ ਏ, ਰਾਸ਼ਟਰੀ ਏਕੀਕਰਨ ਲਈ, ਬੀ ਪ੍ਰਾਇਮਰੀ ਸਿੱਖਿਆ ਦਾ ਵੈਸ਼ਵੀਕਰਨ ਲਈ, ਸੀ ਮੁੱਢਲੀ ਸਿਹਤ ਦੇਖਭਾਲ ਲਈ, ਜਾਂ ਡੀ ਉਪਰੋਕਤ ਸਾਰੇ ਹੀ। ਹਾਂਜੀ, ਨੈਸ਼ਨਲ ਲਿਟਰੇਸੀ ਮਿਸ਼ਨ ਕਿਹੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਬਣਾਇਆ ਗਿਆ ਹੈ। ਆਪਸ਼ਨ ਨੰਬਰ ਡੀ ਰਾਈਟ ਹੈ। ਹਾਂਜੀ, ਰਾਸ਼ਟਰੀ ਏਕੀਕਰਨ, ਪ੍ਰਾਇਮਰੀ ਸਿੱਖਿਆ ਦਾ ਵੈਸ਼ਵੀਕਰਨ, ਮੁੱਢਲੀ ਸਿਹਤ ਦੇਖਭਾਲ। ਕੁਐਸਚਨ ਨੰਬਰ 56, ਸਪੈਸ਼ਲ ਅਡਲਟ ਲਿਟਰੇਸੀ ਡਰਾਈਵ SALD ਦਾ ਉਦੇਸ਼ ਅਨਪੜ੍ਹਤਾ ਨੂੰ ਦੂਰ ਕਰਨਾ ਹੈ। ਹਾਂਜੀ, ਆਪਸ਼ਨ ਨੰਬਰ ਏ, ਸਵੈ ਸੇਵੀ ਸੰਸਥਾਵਾਂ ਦੀ ਸਹਾਇਤਾ ਨਾਲ, ਬੀ ਔਰਤਾਂ ਦੀ ਸਹਾਇਤਾ ਨਾਲ, ਸੀ ਵਿਦਿਆਰਥੀਆਂ ਦੀ ਸਹਾਇਤਾ ਨਾਲ, ਜਾਂ ਡੀ ਸਰਕਾਰੀ ਏਜੰਸੀਆਂ ਦੀ ਸਹਾਇਤਾ ਨਾਲ। ਹਾਂਜੀ, ਆਪਸ਼ਨ ਨੰਬਰ ਸੀ ਰਾਈਟ ਹੈ, ਵਿਦਿਆਰਥੀਆਂ ਦੀ ਸਹਾਇਤਾ ਨਾਲ। ਕੁਐਸਚਨ ਨੰਬਰ 57, ਹੇਠ ਲਿਖਿਆਂ ਵਿੱਚੋਂ ਕਿਹੜੀ ਸੰਸਥਾ ਸਕੂਲ ਸਿੱਖਿਆ ਦੇ ਗੁਣਾਤਮਕ ਸੁਧਾਰ ਨਾਲ ਸੰਬੰਧਿਤ ਹੈ। ਹਾਂਜੀ, ਆਪਸ਼ਨ ਨੰਬਰ ਏ, ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਬੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਸੀ ਸੈਂਟਰਲ ਇੰਸਟੀਚਿਊਟ ਆਫ ਐਜੂਕੇਸ਼ਨ ਪਲਾਨਿੰਗ ਐਂਡ ਐਡਮਿਨਿਸਟ੍ਰੇਸ਼ਨ। ਆਪਸ਼ਨ ਨੰਬਰ ਡੀ, ਨੈਸ਼ਨਲ ਬੁੱਕ ਡਿਵੈਲਪਮੈਂਟ ਕੌਂਸਲ। ਹਾਂਜੀ, ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਏ, ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ। ਆਪਸ਼ਨ ਨੰਬਰ ਏ ਰਾਈਟ ਹੈ। ਹਾਂਜੀ, ਕੁਐਸਚਨ ਨੰਬਰ 58, ਹੇਠ ਲਿਖਿਆਂ ਵਿੱਚੋਂ ਕਿਹੜੀ ਕੇਂਦਰੀ ਯੂਨੀਵਰਸਿਟੀ ਹੈ। ਨੰਬਰ ਏ, ਆਪਸ਼ਨ ਨੰਬਰ ਏ, ਪੰਜਾਬ ਯੂਨੀਵਰਸਿਟੀ, ਬੀ HP ਯੂਨੀਵਰਸਿਟੀ, ਸੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਾਂ ਡੀ ਇੰਦਰਪ੍ਰਸਥ ਯੂਨੀਵਰਸਿਟੀ। ਹਾਂਜੀ, ਕਿਹੜੀ ਕੇਂਦਰੀ ਯੂਨੀਵਰਸਿਟੀ ਹੈ। ਆਪਸ਼ਨ ਨੰਬਰ ਸੀ ਰਾਈਟ ਹੈ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। 59, ਸੈਂਟਰਲ ਇੰਸਟੀਚਿਊਟ ਆਫ ਇੰਗਲਿਸ਼ ਐਂਡ ਫੋਰਨ ਲੈਂਗੁਏਜ CIEFL ਸਥਿਤ ਹੈ। ਆਪਸ਼ਨ ਨੰਬਰ ਏ, ਨਵੀਂ ਦਿੱਲੀ ਵਿਖੇ, ਬੀ ਚੰਡੀਗੜ੍ਹ ਵਿਖੇ, ਸੀ ਸ਼ਿਮਲਾ ਵਿਖੇ, ਜਾਂ ਡੀ ਹੈਦਰਾਬਾਦ ਵਿਖੇ। ਹਾਂਜੀ, ਇਹਦਾ ਰਾਈਟ ਆਨਸਰ ਹੈ ਡੀ ਹੈਦਰਾਬਾਦ ਵਿਖੇ। ਆਪਸ਼ਨ ਨੰਬਰ ਕੁਐਸਚਨ ਨੰਬਰ 60, ਨਵੋਦਿਆ ਵਿਦਿਆਲਿਆਂ ਵਿੱਚ ਕਿਸ ਪੱਧਰ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਏ +2 ਪੱਧਰ ਤੱਕ, ਬੀ ਗ੍ਰੈਜੂਏਟ ਪੱਧਰ ਤੱਕ, ਸੀ ਮੈਟ੍ਰਿਕ ਪੱਧਰ ਤੱਕ, ਡੀ ਪ੍ਰਾਇਮਰੀ ਪੱਧਰ ਤੱਕ। ਹਾਂਜੀ, ਇਹਦਾ ਰਾਈਟ ਆਨਸਰ ਹੈ ਏ +2 ਪੱਧਰ ਤੱਕ। ਕੁਐਸਚਨ ਨੰਬਰ 61, ਹੇਠ ਲਿਖਿਆਂ ਵਿੱਚ ਕਿਹੜੀ ਸੰਸਥਾ ਭਾਰਤ ਸਰਕਾਰ ਵੱਲੋਂ ਟੀਚਰ ਐਜੂਕੇਸ਼ਨ ਦੀ ਗੁਣਵੱਤਾ ਨੂੰ ਨਿਯਮਿਤ ਕਰਨ ਲਈ ਸਥਾਪਿਤ ਕੀਤੀ ਗਈ ਹੈ। ਹਾਂਜੀ, ਆਪਸ਼ਨ ਨੰਬਰ ਏ, NCERT, ਆਪਸ਼ਨ ਨੰਬਰ ਬੀ, NCET, ਆਪਸ਼ਨ ਨੰਬਰ ਸੀ AICT, ਜਾਂ ਆਪਸ਼ਨ ਨੰਬਰ ਡੀ SCERT। ਹਾਂਜੀ, ਟੀਚਰ ਐਜੂਕੇਸ਼ਨ ਗੁਣਵੱਤਾ ਨੂੰ ਨਿਯਮਿਤ ਕਰਨ ਲਈ ਸਥਾਪਿਤ ਕੀਤੀ ਗਈ ਹੈ। ਆਪਸ਼ਨ ਨੰਬਰ ਬੀ ਰਾਈਟ ਹੈ, NCTE 1995 ਵਿੱਚ ਕੀਤੀ ਗਈ ਸੀ। ਹਾਂਜੀ, ਕੁਐਸਚਨ ਨੰਬਰ 62, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਅਧੀਨ ਸਵੈਸ਼ਾਸੀ ਰਾਸ਼ਟਰੀ ਸੰਸਕ੍ਰਿਤੀ ਸੰਸਥਾਨ ਦਾ ਮੁੱਖ ਦਫ਼ਤਰ। ਹਾਂਜੀ, ਆਪਸ਼ਨ ਨੰਬਰ ਏ, ਕੁਰੂਕਸ਼ੇਤਰ ਵਿਖੇ, ਆਪਸ਼ਨ ਨੰਬਰ ਬੀ, ਨਵੀਂ ਦਿੱਲੀ ਵਿਖੇ, ਆਪਸ਼ਨ ਨੰਬਰ ਸੀ, ਵਾਰਾਣਸੀ ਵਿਖੇ, ਆਪਸ਼ਨ ਨੰਬਰ ਡੀ, ਦੇਹਰਾਦੂਨ ਵਿਖੇ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਹਾਂਜੀ ਕਿੱਥੇ ਬਣਾਇਆ ਗਿਆ ਹੈ, ਨਵੀਂ ਦਿੱਲੀ ਵਿਖੇ। ਆਪਸ਼ਨ ਨੰਬਰ ਬੀ ਰਾਈਟ ਹੈ। ਕੁਐਸਚਨ ਨੰਬਰ 63, ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜ ਸਥਿਤ ਹੈ। ਹਾਂਜੀ, ਆਪਸ਼ਨ ਨੰਬਰ ਏ, ਮੁੰਬਈ ਵਿਖੇ,
बी नवी दिल्ली विखे, सी लखनऊ विखे या डी मैसूर विखे। सेंट्रल इंस्टीट्यूट ऑफ इंडियन लैंग्वेज है मैसूर विखे, तो जी फॉरन लैंग्वेज है वो है हैदराबाद विखे। हाँ जी। क्वेश्चन नंबर 64, तकनीकी सिक्ख्या ਨੂੰ विशेष रूप ਨਾਲ समर्पित गुरु गोबिंद सिंह इंद्रप्रस्थ यूनिवर्सिटी स्थित है। ऑप्शन नंबर ए पटना विखे, बी आनंदपुर साहिब विखे, सी दिल्ली विखे या डी चंडीगढ़ विखे। हाँ जी, गुरु गोबिंद सिंह इंद्रप्रस्थ यूनिवर्सिटी है दिल्ली विखे। ऑप्शन नंबर सी राइट है। हाँ जी, क्वेश्चन नंबर 65, प्रोग्राम ज्ञान बाणी प्रसारित किया जाता है। ए दूरदर्शन द्वारा, बी GTV द्वारा, सी AIR एयर द्वारा या डी सोनी TV द्वारा। हाँ जी, ज्ञान बाणी प्रसारित किया जाता है एयर द्वारा, AIR द्वारा। ऑप्शन नंबर सी राइट है। क्वेश्चन नंबर 66, नवोदय स्कूलों में दाखिले लिए टैसट किहड़ी संस्था लेंदी है। हाँ जी, ऑप्शन नंबर ए UGC, बी NCTE, सी NCERT या डी राज दा स्कूल सिक्ख्या बोर्ड। हाँ जी, इसका राइट आंसर है ऑप्शन नंबर सी NCERT। हाँ जी, क्वेश्चन नंबर 67, नवोदय विद्यालय स्थापित किए गए हैं। ऑप्शन नंबर ए जिला हैडकुआटरां विच, बी राजां दी राजधानियां विच, सी वड्डे शहरां विच या डी पेंडू खेतरां विच। हाँ जी, नवोदय विद्यालय स्थापित किए हैं पेंडू खेतरां विच। हाँ जी, क्वेश्चन नंबर 68, सरकार द्वारा नवोदय स्कूल खोलण का उद्देश्य है। ऑप्शन नंबर ए सूरज निकलण दे नाल शुरू होने कारण ये विद्यालय की सेहत लिए वरदान सिद्ध होणगे। बी वड्डे शहरों में स्कूल खोलना जिथे गरीब बच्चे नर्सरी पद्धर तो सिक्ख्या प्राप्त कर सकेंगे। सी पेंडू खेतरों में स्कूल खोलना जिथे गरीब पर होशियार बच्चे सिक्ख्या प्राप्त कर सकन। डी पेंडू खेतरों में स्कूल खोलना जिथे लड़कियां नूं शुरू तो ही इलैक्ट्रॉनिक और कंप्यूटर की सिक्ख्या दी जाएगी। हाँ जी, इसका राइट आंसर है सी पेंडू खेतरों में स्कूल खोलना जिथे गरीब पर होशियार बच्चे सिक्ख्या प्राप्त कर सकन। हाँ जी, आ सी अपने को 68 क्वेश्चन जो मैं तुहाडे नाल शेयर कीते हैं। बई पढ़द्या बोलद्या कोई गलती हो गई हो तो वीर माफ़ करना, जे कोई गलती होई तो कमेंट कर सकते हो, दुरुस्त करने की कोशिश करांगा। तो मिलते हैं फिर। ओके, लाइक करो चाहे डिसलाइक करो, तुहाडी मर्जी है वीर। ओके, गुड बाय।